ਜਿਹਦੀ ਪੰਕਤੀਆਂ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਦਰਜ ਕੀਤੀਆਂ ਨੇ। ਹਮ ਕਿਆ ਗੁਣ ਤੇਰੇ ਵਿਥਰੈ ਸੁਆਮੀ, ਤੂੰ ਅਪਰ ਅਪਾਰੋ ਰਾਮ ਰਾਜੇ। ਜਿਹਦੇ ਭਾਵ ਅਰਥ ਨੇ ਕਿ ਪ੍ਰਮਾਤਮਾ ਰੱਬ ਜੀ, ਅਸੀਂ ਤੇਰੇ ਕਿਹੜੇ ਗੁਣਾਂ ਨੂੰ ਸੰਸਾਰ ਦੇ ਸਾਹਮਣੇ ਵਿਚਾਰੀਏ, ਪ੍ਰਚਾਰੀਏ, ਦਸੀਏ ਲੋਕਾਂ ਨੂੰ। ਕਿਉਂਕਿ ਤੇਰੇ ਗੁਣ ਤਾਂ ਅਪਾਰ ਨੇ, ਉਹਨਾਂ ਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ। ਇਸ ਸੰਸਾਰ ਜਗਤ ਦੇ ਵਿੱਚ ਜਿਹੜੇ ਜੀਵ ਮਨੁੱਖ ਨੇ ਤੇਰਾ ਪਿਆਰਾ ਬਣ ਕੇ ਤੇਰੇ ਗੁਣਾਂ ਦੇ ਨਾਲ ਸਾਂਝ ਪਾਈ, ਉਹਦੀ ਜ਼ਿੰਦਗੀ ਅੰਦਰ ਤੇਰੀ ਇਹ ਰਹਿਮਤ ਵਰਤਦੀ ਹੈ ਕਿ ਉਹ ਇੱਕ ਦਿਨ ਸਿਮਰਦਿਆਂ ਪ੍ਰਮਾਤਮਾ ਰੱਬ ਜੀ ਉਹ ਅੰਦਰੋਂ ਤੇਰਾ ਰੂਪ ਹੋ ਜਾਂਦਾ ਹੈ। ਜੇ ਕੋਈ ਪੁੱਛ ਲਵੇ ਤਾਂ ਉਹਦੀ ਅਵਸਥਾ ਇੱਦਾਂ ਦੀ ਬਣ ਜਾਂਦੀ ਹੈ, ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਜਿੰਨਾ ਮਰਜੀ ਮਿੱਠਾ ਸਵਾਦਲਾ ਹੋਵੇ, ਉਹਦੇ ਵਿੱਚ ਜਿੰਨਾ ਮਰਜੀ ਰਸ ਆਇਆ ਹੋਵੇ, ਪਰ ਜੇ ਮਨੁੱਖ ਗੂੰਗਾ ਹੋਵੇ ਤਾਂ ਉਹ ਬੋਲ ਕੇ ਉਹਦੇ ਸਵਾਦ ਨੂੰ ਕਦੇ ਨਹੀਂ ਦੱਸ ਸਕਦਾ। ਕਹਿੰਦੇ ਪ੍ਰਮਾਤਮਾ ਰੱਬ ਜੀ ਆਪ ਜੀ ਦੀ ਪ੍ਰੇਮਾ ਭਗਤੀ ਅਪਾਰ ਹੈ। ਤੇਰੀ ਸਾਂਝ ਸਾਡੀ ਜ਼ਿੰਦਗੀ ਅੰਦਰ ਬਣਦੀ ਹੈ ਤੇ ਇਹੋ ਜਿਹਾ ਆਨੰਦ ਮਹਿਸੂਸ ਹੁੰਦਾ ਹੈ। ਇਸ ਆਨੰਦ ਨੂੰ ਪੂਰਨ ਰੂਪ ਦੇ ਵਿੱਚ ਕੋਈ ਸੰਸਾਰ ਦੇ ਵਿੱਚ ਨਹੀਂ ਪ੍ਰਚਾਰ ਸਕਦਾ। ਕੋਈ ਰੱਬੇ ਗੁਣਾਂ ਦੀ ਗੱਲ ਕਰ ਲਵੇ ਤਾਂ ਗੁਰੂ ਸਾਹਿਬ ਜੀ ਨੇ ਸਮਝਾਵਣਾ ਕੀਤਾ, ਪ੍ਰਮਾਤਮਾ ਰੱਬ ਜੀ ਅਪਾਰ ਨੇ। ਪੜ੍ਹਦੇ ਹਾਂ ਤੂੰ ਬੇਅੰਤ ਕੋ ਵਿਰਲਾ ਜਾਣੇ। ਪ੍ਰਮਾਤਮਾ ਰੱਬ ਜੀ ਅਪਾਰ ਹੈ। ਵਿਰਲੇ ਵਿਰਲੇ ਜੀਆਂ ਨੂੰ ਇਹ ਸੋਝੀ ਹੁੰਦੀ ਹੈ, ਨਹੀਂ ਤਾਂ ਬਹੁਤਾਤ ਅਕਾਲ ਪੁਰਖ ਪ੍ਰਮਾਤਮਾ ਰੱਬ ਜੀ ਨੂੰ ਇੱਕ ਮਰਿਆਦਾ ਦੇ ਵਿੱਚ ਬੰਨ੍ਹ ਕੇ ਰੱਖਣਾ ਚਾਹੁੰਦੇ ਨੇ। ਜਿਹੜੇ ਕਈ ਵਾਰੀ ਭੁਲੇਖੇ ਦੇ ਵਿੱਚ ਪੈ ਜਾਂਦੇ, ਜਦੋਂ ਅਸੀਂ ਕਹਿੰਦੇ ਨਾ ਕਿ ਪ੍ਰਮਾਤਮਾ ਰੱਬ ਜੀ ਨੂੰ ਰਿਝਾ ਕੇ ਤੂੰ ਇਹ ਕਾਰਜ ਇੱਦਾਂ ਕਰਾ ਲੈ, ਤੇ ਸਮਝ ਲੈਣਾ ਅਸੀਂ ਰੱਬ ਜੀ ਨੂੰ ਬੰਧਨ ਦਾ ਯਤਨ ਕਰ ਰਹੇ ਹਾਂ। ਹੋਵੇ ਇਹ ਕਿ ਅਰਦਾਸ ਅਰਜ਼ੋਈ ਇੱਦਾਂ ਕਰੀਏ, ਪ੍ਰਮਾਤਮਾ ਰੱਬ ਜੀ ਇਹ ਲੋੜ ਹੈ ਤੇ ਤੁਸੀਂ ਕਿਰਪਾ ਕਰੋ। ਕਿਰਪਾ ਕਰੋ ਦੇ ਵਿੱਚ ਉਹਦੀ ਇੱਛਾ ਆਉਂਦੀ ਹੈ, ਪਰ ਜਦੋਂ ਅਸੀਂ ਕਹਿੰਦੇ ਹਾਂ ਤੂੰ ਇਹ ਕਰਨਾ ਹੀ ਹੈ, ਫਿਰ ਸਮਝ ਲੈਣਾ ਅਸੀਂ ਹੁਕਮ ਚਲਾ ਰਹੇ ਹਾਂ, ਪਰ ਪ੍ਰਮਾਤਮਾ ਹੁਕਮ ਦੇ ਵਿੱਚ ਬੰਧਿਆ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿੰਦੇ ਭਾਈ ਜਦ ਕਿਤੇ ਕੋਈ ਤੈਨੂੰ ਪੁੱਛ ਲਵੇ ਕਿ ਪ੍ਰਮਾਤਮਾ ਰੱਬ ਜੀ ਦੇ ਕਿਹੜੇ ਕਿਹੜੇ ਗੁਣ ਨੇ, ਉਸ ਪ੍ਰਮਾਤਮਾ ਰੱਬ ਜੀ ਦੀ ਕਿਰਪਾ ਕਿਵੇਂ ਕਿਵੇਂ ਵਰਤਦੀ ਹੈ। ਜੇ ਤਾਂ ਤੂੰ ਵਾਕਈ ਗੁਰੂ ਦੇ ਨਾਲ ਜੁੜ ਕੇ ਰੱਬ ਜੀ ਦੇ ਗੁਣਾਂ ਦੀ ਸਾਂਝ ਨੂੰ ਸਮਝਣ ਦਾ ਯਤਨ ਕੀਤਾ ਹੈ ਤਾਂ ਮਾਲਕ ਜੀ ਸਮਝਾਉਣਾ ਕਰ ਰਹੇ ਨੇ। ਤੂੰ ਕਹਿ ਦੇਣਾ ਪ੍ਰਮਾਤਮਾ ਰੱਬ ਜੀ ਮੈਂ ਤੇਰੇ ਕਿਹੜੇ ਗੁਣਾਂ ਨੂੰ ਬਿਆਨ ਕਰਾਂ। ਹਮ ਕਿਆ ਗੁਣ ਤੇਰੇ ਵਿਥਰੈ ਸੁਆਮੀ, ਕਿਉਂਕਿ ਤੂੰ ਅਪਰ ਅਪਾਰੋ ਰਾਮ ਰਾਜੇ। ਤੂੰ ਇੰਨਾ ਅਪਾਰ ਹੈ, ਇੰਨਾ ਬੇਅੰਤ ਹੈ ਕਿ ਤੇਰਾ ਅੰਤ ਪਾ ਕੇ ਤੇਰੀ ਪੂਰੀ ਸੋਝੀ ਮੈਂ ਸੰਸਾਰ ਨੂੰ ਨਹੀਂ ਦੱਸ ਸਕਦਾ। ਜਿਉਂ-ਜਿਉਂ ਸਮਝਣ ਦਾ ਯਤਨ ਕਰਦਾ ਤਿਉਂ-ਤਿਉਂ ਗਵਾਚ ਜਾਂਦਾ। ਭਗਤ ਕਬੀਰ ਜੀ ਨੇ ਕਿਹਾ ਵੀ ਇਹ ਤੂੰ ਕਰਤਾ। ਉਹਨਾਂ ਦਾ ਇਹ ਸ਼ਲੋਕ ਹੈ, ਕਿੱਡਾ ਕਮਾਲ ਉਹਨਾਂ ਨੇ ਕੀਤਾ ਹੈ ਬਾਣੀ ਅੰਦਰ। ਜੇ ਕਿਸੇ ਨੇ ਕਿਹਾ ਤੂੰ ਰੱਬ ਦੀ ਪ੍ਰਾਪਤੀ ਕਿੱਦਾਂ ਕਰ ਲਈ, ਤੇ ਉਹਨਾਂ ਨੇ ਕਿਹਾ ਕਹਿੰਦੇ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਮੈਂ ਆਪਣੀ ਰਸਨਾ ਤੇ ਹਮੇਸ਼ਾ ਪ੍ਰਮਾਤਮਾ ਜੀ ਦਾ ਸਿਮਰਨ ਕਰਦਾ ਰਿਹਾ ਤੇ ਮੇਰਾ ਇਹ ਵਿਸ਼ਵਾਸ ਬਣ ਗਿਆ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸ਼ਰਾਮ। ਜਿਹੜਾ ਵੀ ਜੀ ਪ੍ਰਮਾਤਮਾ ਦਾ ਭਗਤ ਬਣਿਆ ਉਹ ਅੱਜ ਦੇ ਕਾਲ ਦੇ ਵਿੱਚ ਹੈ ਜਾਂ ਪਹਿਲਾਂ ਯੁੱਗ ਦੇ ਵਿੱਚ ਸੀ, ਕਹਿੰਦੇ ਉਹਨਾਂ ਸਾਰਿਆਂ ਦੀ ਰਾਖੀ ਪ੍ਰਮਾਤਮਾ ਨੇ ਕੀਤੀ। ਮੇਰਾ ਵਿਸ਼ਵਾਸ ਹੈ, ਇਸ ਕਰਕੇ ਉਹਦੇ ਪ੍ਰਤੀ ਮੇਰੇ ਅੰਦਰ ਭਾਵਨਾ ਪੈਦਾ ਹੋਈ ਤੇ ਰਸਨਾ ਵਾਹਿਗੁਰੂ ਰੱਬ ਜੀ ਸਿਮਰਨਾ ਜੋ ਵੀ ਅਸੀਂ ਨਾਂ ਲੈਂਦੇ ਹਾਂ ਰਮਿਆ ਹੋਇਆ ਪਾਤਸ਼ਾਹ ਕਹਿੰਦੇ ਉਹਦੇ ਵਿੱਚ ਜੁੜ ਗਈ। ਤੇ ਜੁੜ ਕੇ ਇੰਨੀ ਅੰਦਰ ਦੀ ਜਿਹੜੀ ਮੇਰੀ ਤਾਂਘ ਸੀ ਉਹਨੂੰ ਧਰਵਾਸ ਪ੍ਰਾਪਤ ਹੋਈ ਕਿ ਲੋਕਾਂ ਨੇ ਹੱਸਣਾ ਸ਼ੁਰੂ ਕੀਤਾ। ਇਹ ਭਗਤ ਕਬੀਰ ਚੂੰਕਿ ਕਈ ਜੁਲਾਹਾ ਦੱਸਦੇ ਨੇ, ਕਈ ਕੁਝ ਹੋਰ ਦੱਸਦੇ ਨੇ, ਤੇ ਲੋਕ ਹੱਸਣ ਲੱਗ ਪਏ। ਪਰ ਕਹਿੰਦੇ ਜਿਸ ਦਿਨ ਲੋਕਾਂ ਨੇ ਹੱਸਣਾ ਆਰੰਭ ਕੀਤਾ ਨਾ, ਮੈਨੂੰ ਹੋਰ ਆਨੰਦ ਆਇਆ, ਕਿਉਂਕਿ ਪ੍ਰਮਾਤਮਾ ਨੇ ਕਦੇ ਨਹੀਂ ਕਿਹਾ ਕਿ ਕਬੀਰ ਤੇਰੀ ਜਾਤ ਕੁਲ ਦਾ ਨਹੀਂ ਪਤਾ ਹੈ।
कबीर तेरी जात जुला है, तू परमात्मा सिमरना दे विच नहीं जुड़ सकदा। कहंदे मैनूं होर आनंद आया, क्योंकि लोग तां वंड पा के बह जांदे ने ना, तू ये कारज कर सकदा है ते तू नहीं कर सकदा। पर जद परमात्मा दे सिमरन दे विच चित्त नूं लाया, मैनूं गल समझ आई। उस परमात्मा ने कदे सवाल जवाब नहीं किया, कदे नहीं कहा कि तू नहीं जप सकदा। वो फिर कहने ने कबीर मेरी जात को सबको हसने हार, बलहारी इस जात को जिह जपियो सिरजनहार। लोकी सारे हसदे रहे, पर परमात्मा ने मेरे ते तरस किया, मेरे ते रहमत की कि मैं उहदी सिमरन दे विच जुड़ गया। मैं तां बलहारे जाना। इस समय दी ये जिस जात कुल दे विच मैं जन्म लिया, मैनू नहीं पता भगत कबीर जी की ये अवस्था है कि परमात्मा जी का सिमरन, परमात्मा जी के जाप लई, परमात्मा की भगती लई किहड़ी कुल जात हुंदी है। पर मैं तो इसे ते बलहारे जावां जिस ते जन्म लिया, क्योंकि परमात्मा ने मैनू इहदे विच ही सिमरन बख्श दिता है। इहो जिहा अपार है परमात्मा, कदे सवाल जवाब नहीं करता, बस साडे अंदर उहदा ध्यान टिक जाए। उन्हें कदे नहीं कहा, उन्हें तो यह कहा आओ सिख सतगुरु के प्यारिओ, जिहदे अंदर सिखण दा चाह होवे वो आके गुरु की संगत करे, गुरु की संगत दे विच आके गावो सच्ची बाणी। परमात्मा जी की उस्ताद की बाणी नूं तूं गाउणा है। जिस दिन तू ये बाणी दे नाल जुड़ गया, तेरे अंदर अंदर दी जिहड़ी अवस्था अपनी हौमे दी बनी है ना, उन्हें बिल्कुल खत्म हो जाना है। पर जद तक तू अंदर दी अवस्था नूं नहीं टिकाउंदा, उदों तक हो सकता है लोगों को दसदा रहे परमात्मा का अंत। पर जिस दिन अंदर की अवस्था टिक गई, उस दिन कह देगा परमात्मा मैं तेरे गुणों को पूर्ण रूप दे विच बयान नहीं कर सकता, क्योंकि तू अपर अपार है, सारियां तो उच्चा है। गुरु नानक देव पातशाह जी का रहमत भरिया एक शब्द है, जिहदे विच लिखते ने ऊंच अपार बेअंत स्वामी, कौन जाने गुण तेरे। कोई नहीं जानता, कोई विरले नूं जिन्हों सोझी आती है वो अंदर अवस्था उसकी मौन बन जाती है। भाव जे कोई कह दे ना रब के प्रति तो वह चुप कर जाता है भी मैं बयान नहीं कर सकता। हाँ उसकी भगती की गल आवे, उसकी रहमत किवें प्राप्त करनी है वो दस सकता है। पर कोई कहे तू मैनू दस परमात्मा जी का अंत किथे है, परमात्मा जी दी शक्तियां किन्नी क ने, वो हाथ खड़े कर लेगा, कहते ਉਹਦੇ बारे नहीं दसिया जा सकता। तो पहली पंक्ति जिथे गुरु साहब जी ने कहा कि अपने अंदर ये विश्वास बना, वो परमात्मा रब जी के प्रति इन्ना प्रेम पैदा कर। जे कोई पुछ लवे तो तू संगती रूप दे विच देखो, कई बारी इदां हुंदा है, इत्थे हम शब्द वरत्या सारियां दे लई, कल्ले वास्ते नहीं। कहते जिन्ने भी परमात्मा दे प्यारे ने उहदी भगती करते ने, उहदी अपने मन के अंदर एक विश्वास इहो जिहा टिका के रखते ने कि कदे भी नहीं डोलते। जब तू उन्हां विचों किसी नूं भी पुछना है, उन्हें कह देना कि परमात्मा के गुणां नूं मैं बयान नहीं कर सकता, क्योंकि परमात्मा रब जी अपार ने। हम क्या गुण तेरे विथरै स्वामी, तू अपर अपारो राम राजे। हर नाम सलाहें दिन रात, इहा आस आधारो। परमात्मा रब जी की जदों मैं रहमत प्राप्त की, कहते ये जुगत से कि उस अकाल पुरख परमात्मा रब जी के नाम की मैं सलाहना दिन रात की। भाव मेरी जिंदगी का कोई समा इदां दा नहीं सी जद मैं उस परमात्मा नूं ध्यान दे विच नहीं रखिया। मैं कई बारी सांझ पाई है कि साडे दिल की धड़कन चलती है, ये परमात्मा चला रहा है। कई बारी बंदा कहना ना कि एक्सरसाइज कर लवो, फलाना कर लवो। कई इहो जे संसार तो जी गए ने जिन्हां दा काम ही है सवेर तो लैके शाम तक एक्सरसाइज करनी, अपने शरीर नूं फिट रखना। जिहड़े खेडदे ने, जिहड़े कुश्तियां करदे ने, इहो जे जिन्हां नूं बंदा कह सकदा भी इन्हां दा किहड़ा ब्लॉकज हो गए होने ने, उन्हां दे भी हो जाते ने। और जिन्हां ते परमात्मा जी का तरस हुंदा है, वो अपने शरीर नूं अपने ढंग दे नाल वरतदे ने। बहुती ना जोर ला के एक्सरसाइज करनी, लिमिट का खाना पीना, तो वह भी कई बारी 80-80, 90-90 सैकड़े साल चले जाते हैं।
ਉਹਦੀ ਰਹਿਮਤ ਹੈ। ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਅੰਦਰ ਇਸ ਚੀਜ਼ ਨੂੰ ਸਾਨੂੰ ਸਮਝਣਾ ਪਏਗਾ। ਇਹ ਮੈਂ ਬੇਨਤੀ ਤਾਂ ਕਰ ਰਿਹਾ ਕਿਉਂਕਿ ਮੈਂ ਇਹ ਚੀਜ਼ਾਂ ਪੜ੍ਹੀਆਂ ਨੇ ਕਿ ਕਈ ਜਿਹੜੇ ਵੇਖਣ ਨੂੰ ਪੂਰੇ ਫਿੱਟ ਲੱਗਦੇ ਨੇ, ਆਪਣੇ ਸਰੀਰ ਨੂੰ ਉਹਨਾਂ ਨੇ ਨਾ ਭਾਰਾ ਹੋਣ ਦਿੱਤਾ ਤੇ ਨਾ ਸਰੀਰ ਦੇ ਵਿੱਚ ਉਹ ਕਦੇ ਘੱਟ ਵੱਧ ਉੱਦਾਂ ਦਾ ਛਕਦੇ ਨੇ, ਪਰ ਫਿਰ ਵੀ ਅਟੈਕ ਆ ਗਿਆ ਤੇ ਚਲੇ ਗਏ। ਬੰਦਾ ਬੜਾ ਬਚਾ ਕੇ ਰੱਖਦਾ ਹੈ। ਹੁਣ ਇਹ ਨਾ ਇਹਦਾ ਅਰਥ ਲੈ ਲੈਣਾ ਕਿ ਵੀ ਅਸੀਂ ਧਿਆਨ ਨਹੀਂ ਦੇਣਾ, ਪਰ ਅਸੀਂ ਇਹ ਧਿਆਨ ਜ਼ਰੂਰ ਦੇਣਾ ਇਹਦੇ ਨਾਲ ਨਾਲ ਕਿ ਪ੍ਰਮਾਤਮਾ ਨੂੰ ਨਹੀਂ ਵਿਸਾਰਨਾ। ਪ੍ਰਮਾਤਮਾ ਪਲ ਪਲ ਸਾਡੀ ਹਾਰਟ ਬੀਟ ਨੂੰ ਚਲਾ ਰਿਹਾ ਹੈ। ਜੇ ਗੁਰਬਾਣੀ ਕਹਿੰਦੀ ਨਾ ਨਿਮਖ ਨਿਮਖ ਪਲ ਪਲ ਹੋਇਆ ਤੁਮ ਹੀ ਪ੍ਰਤਪਾਲੋ, ਉਹੀ ਪਾਲਣਾ ਕਰ ਰਿਹਾ, ਨਾਲ ਨਾਲ ਤੁਰਦਾ ਇਸ ਧੜਕਣ ਦੇ ਨਾਲ ਤੇ ਮਾਲਕ ਦੀ ਸਮਝਾਵਨਾ ਕਰ ਰਹੇ ਨੇ। ਜੇ ਤੂੰ ਇਹ ਕਹਿੰਦਾ ਹੈ ਹਮ ਬਾਰਿਕ ਤੁਮਰੇ ਧਾਰੇ, ਅਸੀਂ ਪ੍ਰਮਾਤਮਾ ਜੀ ਦੀ ਤੇਰੇ ਬੱਚੇ ਆ ਤੇ ਤੂੰ ਰਹਿਮਤ ਕਰਕੇ ਸਾਡੀ ਰੱਖਿਆ ਕਰਦਾ ਹੈ। ਜੇ ਇੰਨੀ ਗੱਲ ਸਮਝ ਆ ਗਈ ਤਾਂ ਫਿਰ ਉਹਦੇ ਸਿਮਰਨਾਂ ਦੇ ਵਿੱਚ ਜੁੜਨਾ ਚਾਹੀਦਾ ਹੈ। ਕਿਉਂਕਿ ਇੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਪ੍ਰਮਾਤਮਾ ਅਪਾਰ ਹੈ, ਅਸੀਂ ਉਹਨੂੰ ਪੂਰਨ ਰੂਪ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਕੋਈ ਕਵੇ ਤੂੰ ਪ੍ਰਾਪਤੀ ਕਿਵੇਂ ਕੀਤੀ ਹੈ, ਤਾਂ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਹਰ ਨਾਮ ਸਾਲਾ ਹੈ। ਮੈਂ ਉਸ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਨਾਮ ਦੇ ਨਾਲ ਸਿਮਰਨਾਂ ਦੇ ਵਿੱਚ ਬਾਣੀ ਦੇ ਰਾਹੀਂ ਉਹਦੀ ਉਸਤਤ ਦੇ ਵਿੱਚ ਜੁੜਿਆ ਰਿਹਾ। ਕਿੰਨਾ ਕੁ ਜੁੜਿਆ, ਕਿੱਦਾਂ? ਕਹਿੰਦੇ ਦਿਨ ਰਾਤ ਅਕਾਲ ਪੁਰਖ ਪਰਮਾਤਮਾ ਜੀ ਨੂੰ ਕਦੇ ਨਹੀਂ ਵਿਸਾਰਿਆ। ਸੌਣ ਲੱਗੇ ਅਸੀਂ ਬਾਣੀ ਪੜ੍ਹ ਕੇ ਸੋ ਜਾਈਏ, ਪਰਮਾਤਮਾ ਸਾਡੇ ਮਨ ਤੋਂ ਦੂਰ ਨਹੀਂ ਜਾਂਦਾ, ਉਹ ਵਰਤਦਾ ਰਹਿੰਦਾ ਹੈ। ਜੇ ਕਿਤੇ ਉੱਠਦਿਆਂ ਸਾਰ ਬੰਦਾ ਇਸ਼ਨਾਨ ਪਾਨ ਕਰਕੇ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਸਿਮਰਨ ਜਾਂ ਬਾਣੀ ਦਾ ਜਾਪ ਕਰ ਲੈਂਦਾ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਪੂਰੀ ਦਿਹਾੜੀ ਜਦੋਂ ਉਹ ਜੀਵਨ ਨੂੰ ਆਪਣੇ ਕੱਟਦਾ ਹੈ ਇੱਕ ਦਿਨ ਦਾ, ਤੇ ਉਸ ਨੂੰ ਪਰਮਾਤਮਾ ਚੇਤੇ ਰਹਿੰਦਾ ਹੈ। ਜਿਹੜਾ ਨਿਤਨੇਮੀ ਬਣ ਗਿਆ ਉਹਨੂੰ ਪਰਮਾਤਮਾ ਕਦੇ ਨਹੀਂ ਭੁੱਲਦਾ। ਤੇ ਗੁਰੂ ਸਾਹਿਬ ਜੀ ਨੇ ਇੱਥੇ ਇਹੋ ਹੀ ਬਖਸ਼ਿਸ਼ ਕੀਤੀ ਹੈ। ਜਿਹੜਾ ਗੁਰੂ ਦਾ ਪਿਆਰ ਹੈ ਉਹ ਲੋਕਾਂ ਨੂੰ ਇਹ ਸਮਝਾਉਣਾ ਕਰਦਾ ਹੈ, ਭਾਈ ਮੈਂ ਅਕਾਲ ਪੁਰਖ ਪਰਮਾਤਮਾ ਰੱਬ ਜੀ ਦੀ ਸਲਾਹਨਾ ਕੀਤੀ, ਉਹਦੀ ਸਿਮਰਨਾਂ ਦੇ ਵਿੱਚ ਜੁੜਿਆ ਦਿਨ ਰਾਤ। ਇਹ ਆਸ ਆਧਾਰੋ, ਕਹਿੰਦੇ ਇਹ ਆਸ ਲਾ ਕੇ ਪਰਮਾਤਮਾ ਜੀ ਦਾ ਸਿਮਰਨ ਕਰ ਕਿ ਇੱਦਾਂ ਪਰਮਾਤਮਾ ਜੀ ਦੀ ਪ੍ਰਾਪਤੀ ਹੈ। ਅਸੀਂ 24 ਘੰਟੇ ਅੱਠੇ ਪਹਿਰ ਕਦੇ ਉਹਦੇ ਸਿਮਰਨਾਂ ਤੋਂ ਦੂਰ ਨਾ ਹੋਈਏ। ਜੇ ਗੁਰਬਾਣੀ ਇਹ ਕਹਿੰਦੀ ਹੈ ਨਾ ਉਠਤ ਬੈਠਤ ਸੋਵਤ ਜਾਗਤ, ਤਾਂ ਇਹਦੇ ਵਿੱਚ ਇਹ ਸਾਰੀ ਅਵਸਥਾ ਆ ਜਾਂਦੀ ਹੈ। ਪ੍ਰਸਾਦਾ ਬਣਾ ਰਹੇ ਆ, ਹੋ ਸਕਦਾ ਕਿਤੇ ਅਸੀਂ ਬਿਜੀ ਹੋਈਏ, ਕਈ ਵਾਰੀ ਗੱਲਬਾਤ ਅੱਜ ਕੱਲ੍ਹ ਕਈ ਵਾਰੀ ਫੋਨ ਲੱਗਿਆ ਰਹਿੰਦਾ ਹੈ, ਪਰ ਜੇ ਅਸੀਂ ਪ੍ਰਸਾਦਾ ਬਣਾ ਰਹੇ ਹਾਂ ਉਹਦੇ ਵਿੱਚ ਪ੍ਰਸਾਦਾ ਆਰੰਭ ਕਰਦੇ ਹਾਂ ਰੱਬ ਦਾ ਸ਼ੁਕਰਾਨਾ ਚੇਤੇ ਆ ਜਾਏ, ਵਾਹਿਗੁਰੂ ਤੇਰਾ ਸ਼ੁਕਰ ਹੈ। ਬੰਦਾ ਉੱਠਦਿਆਂ ਬਹਿੰਦਿਆਂ ਵਾਹਿਗੁਰੂ, ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਜਦੋਂ ਸਰੀਰ ਦੇ ਵਿੱਚ ਤਕਲੀਫ ਹੋਵੇ ਨਾ, ਕੋਈ ਹੱਥ ਪੈਰ ਦਰਦ ਕਰਨ ਲੱਗ ਪੈਂਦੇ ਨੇ, ਫਿਰ ਕਹਿਣ ਦੀ ਲੋੜ ਨਹੀਂ ਹੁੰਦੀ, ਫਿਰ ਉੱਠਦਿਆਂ ਵੀ ਵਾਹਿਗੁਰੂ ਬੋਲ ਦਿੰਦਾ ਹੈ ਬੰਦਾ, ਬਹਿਣ ਲੱਗੇ ਵੀ ਵਾਹਿਗੁਰੂ ਬੋਲ ਦਿੰਦਾ ਹੈ। ਪਰ ਮਾਲਕ ਜੀ ਕਹਿੰਦੇ ਕਿ ਦੁੱਖ ਤਕਲੀਫ ਸਰੀਰ ਦੇ ਵਿੱਚ ਨਾ ਹੋਵੇ, ਉਸ ਤੋਂ ਬਗੈਰ ਹੀ ਤੂੰ ਸੁਭਾਅ ਇੱਦਾਂ ਦਾ ਬਣਾ ਲੈ ਕਿ ਉੱਠਦਿਆਂ ਵੀ ਉਹਦਾ ਸ਼ੁਕਰ ਤੇਰੀ ਰਸਨਾ ਤੋਂ ਨਿਕਲ ਜਾਏ। ਜੇ ਰਸਨਾ ਤੋਂ ਸ਼ਬਦ ਨਹੀਂ ਬੋਲੇ ਜਾਂਦੇ, ਕਈ ਵਾਰੀ ਕਿਸੇ ਨਾਲ ਗੱਲਬਾਤ ਕਰ ਰਿਹਾ ਤੇਰੇ ਅੰਦਰ ਉਹਦਾ ਸ਼ੁਕਰ ਚੱਲੇ। ਤੇ ਮਾਲਕ ਜੀ ਨੇ ਇਹ ਅਵਸਥਾ ਦਾ ਜ਼ਿਕਰ ਕੀਤਾ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ। ਸੌਣ ਲੱਗੇ ਸੋਹਲੇ ਦੀ ਬਾਣੀ ਪੜ੍ਹਦੇ ਆ ਜੀ ਸਾਰੇ, ਵਾਹਿਗੁਰੂ ਵਾਹਿਗੁਰੂ ਕਰਕੇ ਬੰਦਾ ਧਿਆਨ ਦੇ ਵਿੱਚ ਸੋ ਜਾਏ, ਉਹਦੇ ਅੰਦਰ ਦੀ ਬਿਰਤੀ ਜੁੜੀ ਰਹਿੰਦੀ ਹੈ। ਸਿਆਣੇ ਟੀਚਰ ਜਿਹੜੇ ਨੇ ਨਾ ਉਹ ਕਹਿੰਦੇ ਨੇ ਜੇ ਬੱਚੇ ਨੂੰ ਯਾਦ ਕਰਨਾ ਹੋਵੇ ਨਾ, ਉਹਨੂੰ ਧਿਆਨ ਬਹੁਤਾ ਲਗਾਉਣ ਦੀ ਲੋੜ ਨਹੀਂ, ਪੂਰੇ ਦਿਨ ਜਿਹੜੀ ਪੜ੍ਹਾਈ ਕੀਤੀ ਹੈ ਸੌਣ ਲੱਗੇ ਇੱਕ ਵਾਰੀ ਮਨ ਅੰਦਰ ਉਹਨੂੰ ਵਿਚਾਰ ਲਵੇ, ਉਹ ਬੱਚਾ 20 ਤੋਂ 30 ਦਿਨ ਉਹਨੂੰ ਨਹੀਂ ਭੁੱਲ ਸਕਦਾ। 20 ਦਿਨਾਂ ਬਾਅਦ ਫਿਰ ਇੱਦਾਂ ਹੀ ਕਰ ਲਵੇ। ਤੇ ਧਿਆਨ ਦੀ ਗੱਲ ਵੀ ਹੈ, ਜਦੋਂ ਅਸੀਂ ਪਰਮਾਤਮਾ ਨੂੰ ਧਿਆਨ ਦੇ ਵਿੱਚ ਰੱਖ ਕੇ ਸੌਣ ਲੱਗੇ 1-2 ਮਿੰਟ ਦਾ ਸਮਾਂ, ਅੱਜ ਸੰਗਤ ਗਏ ਸੀ, ਅੱਜ ਅਸੀਂ ਇਹ ਸੁਣਿਆ ਸੀ, ਅੱਜ ਇਹ ਸ਼ਬਦ ਸੁਣਿਆ ਸੀ, ਅੱਜ ਗੁਰਬਾਣੀ ਦੇ ਵਿਚਾਰ ਇਹ ਕਹਿੰਦੇ ਸੀ, ਉਹ ਜ਼ਹਿਨ ਦੇ ਵਿੱਚ ਰਹਿੰਦੀ ਹੈ ਤੇ ਪ੍ਰਮਾਤਮਾ ਕਦੇ ਨਹੀਂ ਵਿਸਰਦਾ। ਦੂਜੇ ਦਿਨ ਉੱਠ ਕੇ ਫਿਰ ਅਸੀਂ ਸ਼ੁਕਰਾਨੇ ਵਿੱਚ ਜੁੜ ਜਾਣਾ ਹੈ। ਤੇ ਮਾਲਕ ਜੀ ਨੇ ਜ਼ਿਕਰ ਕੀਤਾ ਅੱਜ ਦੀਆਂ ਇਹਨਾਂ ਪਹਿਲਾਂ ਹੀ 2 ਪੰਕਤੀਆਂ ਦੇ ਵਿੱਚ ਕਿ ਪ੍ਰਮਾਤਮਾ ਨੂੰ ਪੂਰਨ ਰੂਪ ਦੇ ਵਿੱਚ ਬਿਆਨ ਨਹੀਂ ਕੀਤਾ ਜਾਂਦਾ। ਇਹ ਸੋਝੀ ਉਹਨਾਂ ਨੂੰ ਮਿਲਦੀ ਹੈ ਜਿਹੜੇ ਸਮਰਪਿਤ ਹੋ ਗਏ ਨੇ। ਅਧੂਰਾ ਤਾਂ ਕਹਿ ਦਿੰਦਾ ਕਿ ਪ੍ਰਮਾਤਮਾ ਇੰਨਾ ਕੁ ਹੁੰਦਾ ਹੈ। ਅਧੂਰੇ ਜਿਹੇ ਜਿਹੜੇ ਬੰਦੇ ਨੇ ਉਹ ਵਿਆਖਿਆ ਕਰ ਸਕਦੇ ਨੇ,
कि बस परमात्मा की इन्नी एक सीमा है। पर जिन्होंने गल समझ आ गई वो कहते ने वड्डा तेरा दरबार सच्चा, तुद तख्त शिर शाह पातशाह, तुद नीचल चौर छत। उहदा एडा वड्डा दरबार है कि सारी कायनात उहदे विच समाई हुई है। किदा बयान करेगा कोई। मालिक जी ने कहा तू जे कोई पुछ लवे तो यही शब्द वरतने, परमात्मा अपार है, मैनू उहदी प्राप्ति हुई, मैं यतन किया है हर रोज, निता परती हर नाम सलाहें दिन रात। अठे पैर परमात्मा जी दे ध्यान दे विच रहा, इहा आस आधारो रब जी दी मेरे ते रहमत होनी है। इस आस इस भावना दे नाल उहदी सिमरना दे विच जुड़ना है, यही उहदी प्राप्ति दा ढंग है, उहदा अंत नहीं पाया जा सकता। ये गुरु साहब जी समझावना कर रहे ने। बेअंत तरह की भुलों की खिमा कल्ले दीवान अंदर ये मुबारक छंद दियाँ अगलियां पंक्तियां नूं समझण दा यतन करांगे। सारे ही जी बख्शो असीस, बुलाओ फतेह। वाहिगुरु जी का खालसा, वाहिगुरु जी की फतेह।